संतां के कारज आप खलोया, संतां के कारज हर कम करावण आया राम। वाहेगुरु जी का खालसा, श्री वाहेगुरु जी की फतेह। पतित पावन हर बिरद सदाए, ਇੱਕ ਤਿਲ ਨਹੀਂ ਭੰਨੇ ਘਾਲੇ। ਬਾਬਾ ਜੀ ਦੀ ਇਹ ਮਰਿਆਦਾ ਸੀ ਕਿ ਜੋ ਵੀ ਕੋਈ ਪ੍ਰਸ਼ਾਦ ਦੇ ਤੌਰ 'ਤੇ ਕੋਈ ਵਸਤੂ ਵੀ ਲੈ ਕੇ ਜਾਂਦਾ, ਉਸ ਦੇ ਪੈਸੇ ਦੇ ਕੇ ਹੀ ਉਸ ਦੀ ਸੇਵਾ ਮਨਜ਼ੂਰ ਕਰਦੇ ਸਨ। ਇੱਕ ਵਾਰ ਇੱਕ ਸੇਮਾ ਨਗਰ ਦਾ ਜ਼ਿਮੀਂਦਾਰ ਬਾਬਾ ਜੀ ਪਾਸ ਆ ਕੇ ਬੇਨਤੀ ਕਰਨ ਲੱਗਾ, ਸੱਚੇ ਪਾਤਸ਼ਾਹ, ਅੱਜ ਰਾਤ ਮੈਂ ਘਰੋਂ ਹਲ ਜੋੜ ਕੇ ਆਇਆ ਸੀ। ਰਾਤ ਵੱਡੀ ਸੀ ਤੇ ਮੈਂ ਦਿਨ ਦਾ ਥੱਕਿਆ ਹੋਇਆ ਹੋਣ ਕਰਕੇ ਖੇਤ ਆ ਕੇ ਸੋਚਿਆ ਅਜੇ ਰਾਤ ਵੱਡੀ ਹੈ, ਝੱਟ ਘੜੀ ਸੌਂ ਜਾਈਏ। ਤੇ ਮਹਾਰਾਜ ਮੈਂ ਸੌਂ ਗਿਆ ਤੇ ਬਲਦ ਮੈਂ ਹਲ ਦੀ ਵੇਲ ਨਾਲ ਬੰਨ੍ਹ ਕੇ ਉੱਤੇ ਸਿਰ ਰੱਖ ਕੇ ਸੌਂ ਗਿਆ। ਮੈਂ ਐਸਾ ਸੁੱਤਾ ਕਿ ਦਿਨ ਚੜ੍ਹੇ ਤੱਕ ਜਾਗ ਨਹੀਂ ਆਈ ਤੇ ਜਦੋਂ ਮੈਂ ਜਾਗਿਆ ਦੋਵੇਂ ਬਲਦ ਪਤਾ ਨਹੀਂ ਕੋਈ ਚੋਰ ਲੈ ਗਿਆ ਜਾਂ ਆਪਣੇ ਆਪ ਚਲੇ ਗਏ। ਮੈਂ ਅੱਜ ਸਾਰੀ ਦਿਹਾੜੀ ਭਾਲੇ, ਮਿਲੇ ਨਹੀਂ। ਮਹਾਰਾਜ ਕਿਰਪਾ ਕਰੋ। ਉੱਤੋਂ ਸੌਣੀ ਦੀ ਵਾਢੀ ਤੇ ਹਾੜੀ ਦੀ ਬਿਜਾਈ। ਮੈਂ ਗਰੀਬ ਬੰਦਾ, ਛੋਟੇ ਛੋਟੇ ਬਾਲ ਬੱਚੇ, ਮੇਰਾ ਗੁਜ਼ਾਰਾ ਕਿਵੇਂ ਚੱਲੇਗਾ। ਸੁਣ ਕੇ ਬਾਬਾ ਜੀ ਨੇ ਬਚਨ ਕੀਤਾ, ਤੂੰ ਫਿਕਰ ਨਾ ਕਰ, ਪਰਮੇਸ਼ਰ ਸਭ ਦੀ ਪਾਲਣਾ ਕਰਦਾ ਹੈ, ਤੂੰ ਇੱਕ ਬਚਨ ਮੰਨ। ਉਸਨੇ ਕਿਹਾ, ਜੀ ਬੇਸ਼ੱਕ 10 ਮਨਾ ਲਵੋ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਨੀਲਾ ਸਿਆਂ ਇਸ ਦੀ ਸ਼ਰ੍ਹਾ ਕਰਵਾ ਦੇ। ਨਾਲ ਹੀ ਹੁਕਮ ਕੀਤਾ, ਸ਼ਰ੍ਹਾ ਕਰਨ ਸਮੇਂ ਵਾਹਿਗੁਰੂ ਵਾਹਿਗੁਰੂ ਕਰਦਾ ਰਹੀਂ। ਸ਼ਰ੍ਹਾ ਕਰਨ ਉਪਰੰਤ ਬਚਨ ਕੀਤਾ, ਹੁਣ ਬੇਫਿਕਰ ਹੋ ਕੇ ਘਰ ਜਾ। ਜਿਵੇਂ ਜਿਸ ਵਕਤ ਅੱਗੇ ਖੇਤ ਆ ਕੇ ਹਲ ਜੋੜਿਆ ਸੀ, ਜਿੱਧਰ ਨੂੰ ਸਿਰ ਪੈਰ ਕਰਕੇ ਸੁੱਤਾ ਸੀ, ਉਵੇਂ ਹੀ ਜਾ ਕੇ ਸੌਂ ਜਾਈਂ, ਤੇਰੇ ਬਲਦ ਆ ਜਾਣਗੇ। ਉਸਨੇ ਵੀ ਸਿਦਕ ਰੱਖਿਆ। ਅੱਧੀ ਰਾਤ ਨੂੰ ਘਰੋਂ ਉੱਠਿਆ, ਆ ਕੇ ਖੇਤਾਂ ਵਿੱਚ ਲੰਮਾ ਪੈ ਗਿਆ। ਥੋੜ੍ਹਾ ਚਿਰ ਹੋਇਆ ਤਾਂ ਹੈਰਾਨੀ ਨਾਲ ਇੱਧਰ ਉੱਧਰ ਵੇਖਦਾ ਰਿਹਾ। ਆਖਿਰ ਉਸ ਨੂੰ ਨੀਂਦ ਆ ਗਈ। ਕੁਝ ਸਮੇਂ ਬਾਅਦ ਅੱਖ ਖੁੱਲ੍ਹੀ ਤਾਂ ਹੜਬੜਾ ਕੇ ਉੱਠਿਆ। ਉਸ ਦੇ ਦੋਨੋਂ ਬਲਦ ਉੱਥੇ ਬੰਨੇ ਹੋਏ ਸੀ। ਖੁਸ਼ੀ ਦੀ ਹੱਦ ਨਾ ਰਹੀ। ਉਸਨੇ ਉੱਠ ਕੇ ਹਲ ਜੋੜ ਕੇ ਪੈਲੀ ਵਾਹੀ। ਜੋਤਾ ਲਾਉਣ ਉਪਰੰਤ ਸ਼ਾਮ ਨੂੰ ਬਾਬਾ ਜੀ ਪਾਸ ਦੁੱਧ ਲੈ ਕੇ ਆਇਆ ਤਾਂ ਬਾਬਾ ਜੀ ਨੇ ਬਚਨ ਕੀਤਾ, ਜਦੋਂ ਅਸੀਂ ਰੂਮੀ ਰਹਿੰਦੇ ਹੁੰਦੇ ਸੀ, ਤੇਰੇ ਪਿਓ ਨੇ ਸਾਨੂੰ ਦੁੱਧ ਛਕਾਇਆ ਸੀ ਤੇ ਉਸ ਨੇ ਲਿਆ ਕੁਝ ਨਹੀਂ ਸੀ। ਅਸੀਂ ਤੇਰੇ ਬਲਦ ਲਿਆ ਕੇ ਤੇਰਾ ਕਰਜ਼ ਲਾਇਆ ਹੈ, ਹੁਣ ਅਸੀਂ ਤੇਰਾ ਕੁਝ ਨਹੀਂ ਲੈਣਾ। ਉਪਰੰਤ ਉਸ ਦਾ ਦੁੱਧ ਮੋੜ ਦਿੱਤਾ। ਇਹ ਬਚਨ ਵੱਡੇ ਝੰਡਾ ਸਿੰਘ ਸੇਮਾ ਨਿਵਾਸੀ ਨੇ ਦੱਸਿਆ। ਮਨ ਕੀ ਮਤ ਮਤਾਂਗਲ ਮਤਾ, ਜੋ ਕਿਛ ਬੋਲੀਐ ਸਭ ਖਤੋ ਖਤਾ। ਬੰਦਾ ਜੋ ਵੀ ਕੰਮ ਕਰਦਾ ਹੈ ਚੰਗਾ ਜਾਣ ਕੇ ਹੀ ਕਰਦਾ ਹੈ, ਪਰ ਉਸ ਦਾ ਫਲ ਮਿੱਠਾ ਹੈ ਕਿ ਕੌੜਾ, ਸੁੱਖ ਰੂਪ ਹੈ ਕਿ ਦੁੱਖ ਰੂਪ। ਦੁਨਿਆਵੀ ਬੰਦੇ ਨੇ ਤਾਂ ਐਸੀ ਭੁੱਲ ਕਰਨੀ ਹੀ ਹੋਈ, ਕਿਉਂਕਿ ਉਹ ਤਾਂ ਐਸਾ ਹੀ ਕਰ ਸਕਦਾ ਹੈ। ਕਈ ਵਾਰ ਕਿਸੇ ਅਗਿਆਨਤਾ ਦਾ ਕੰਮ ਸਾਧੂ ਵੀ ਕਰ ਬੈਠਦੇ ਹਨ, ਜਿਸ ਦਾ ਫਲ ਦੁੱਖ ਰੂਪ ਹੋ ਕੇ ਲੱਗਦਾ ਹੈ। ਬਾਣੀ ਵਿੱਚ ਫਰਮਾਨ ਹੈ, ਖਸਮ ਵਿਸਾਰ
ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਐਸਾ ਹੀ ਇੱਕ ਸਾਧੂ ਕਿਸੇ ਮਤ ਦਾ ਸੀ। ਕੋਈ ਮੁਸਲਮਾਨੀ ਕਲਾਮ ਦਾ ਚਾਲੀਆ ਕਰਨ ਲੱਗ ਪਿਆ। ਪੂਰੀ ਮਰਿਆਦਾ ਨਾ ਜਾਣਨ ਕਰਕੇ ਉਸ ਦੇ ਸਰੀਰ ਨੂੰ ਰੋਗ ਹੋ ਗਿਆ। ਦਿਨੇ ਤਾਂ ਟੱਟੀਆਂ ਲੱਗੀਆਂ ਰਹਿਣ, ਰਾਤ ਨੂੰ ਮਰ ਗਿਆ ਕਹਿ ਕੇ ਉੱਠਿਆ ਕਰੇ। ਅਤੇ ਉਸ ਦੇ ਹਮਦਰਦਾਂ ਨੇ ਉਸ ਨੂੰ ਦੁਖੀ ਵੇਖ ਕੇ ਬਹੁਤ ਯਤਨ ਕੀਤੇ ਕਰਾਏ, ਪਰ ਸਾਰੇ ਵਿਅਰਥ ਹੀ ਗਏ। ਫਿਰ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਇਸ ਨੂੰ ਰੂਮੀ ਵਾਲੇ ਸੰਤਾਂ ਕੋਲ ਭੁੱਚੋ ਲੈ ਜਾਓ, ਠੀਕ ਹੋ ਜਾਏਗਾ। ਤਾਂ ਫਿਰ 5-7 ਸੇਵਾਦਾਰ ਮਿਲ ਕੇ ਉਸ ਨੂੰ ਗੱਡੇ ਉੱਤੇ ਪਾ ਕੇ ਲੈ ਆਏ। ਜਿਸ ਵਕਤ ਬਾਬਾ ਜੀ ਦੀ ਹਜ਼ੂਰੀ ਵਿੱਚ ਹੁਕਮ ਨਾਲ ਲਿਆ ਕੇ ਪਾਇਆ, ਵੇਖਣ ਸਾਰ ਹੀ ਹਜ਼ੂਰ ਨੇ ਬਚਨ ਕੀਤਾ, ਓਏ ਸਾਧਾ ਸੱਚ ਦੱਸ, ਤੈਨੂੰ ਇਹ ਕੰਮ ਕਰਨ ਦੀ ਕੀ ਲੋੜ ਸੀ? ਤੂੰ ਪਰਮੇਸ਼ਰ ਦੀ ਭਗਤੀ ਕਰਨੀ ਸੀ। ਜੇ ਮਰ ਵੀ ਜਾਂਦਾ ਤਾਂ ਤੇਰੀ ਜ਼ਿੰਦਗੀ ਸਫਲ ਹੁੰਦੀ, ਤੇ ਹੁਣ ਜਾਏ ਤਾਂ ਪ੍ਰੇਤ ਬਣਿਆ ਤੁਰਿਆ ਫਿਰੇਗਾ, ਨਾ ਤੇਰਾ ਅੱਗਾ ਨਾ ਪਿੱਛਾ। ਉਸਨੇ ਬੇਨਤੀ ਕੀਤੀ, ਮਹਾਰਾਜ ਇੱਕ ਵਾਰ ਬਖਸ਼ ਲਓ, ਫਿਰ ਇਹ ਕੰਮ ਨਹੀਂ ਕਰਦਾ। ਤਾਂ ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ, ਇਸ ਦੀ ਸਰਾ ਕਰਵਾ ਕੇ ਮੱਟੀ ਵਿੱਚੋਂ ਅੰਮ੍ਰਿਤ ਦੇ ਦਿਓ। ਹੁਕਮ ਅਨੁਸਾਰ ਸਰਾ ਕਰਾ ਕੇ ਅੰਮ੍ਰਿਤ ਦੇ ਦਿੱਤਾ, ਅਰੋਗ ਹੋ ਗਿਆ। ਫਿਰ ਬਚਨ ਕੀਤਾ, ਜੇ ਫਿਰ ਤਕਲੀਫ ਹੋਵੇ ਤਾਂ 35 ਮੁਹਾਰਨੀ ਪੜ੍ਹ ਲਵੀਂ, ਠੀਕ ਹੋ ਜਾਏਗਾ। ਕਿੱਥੇ ਤਾਂ ਉਸ ਨੂੰ ਮੰਜੇ ਉੱਤੇ ਪਾ ਕੇ ਲਿਆਏ। ਉਪਰੰਤ ਬਾਬਾ ਜੀ ਦੇ ਬਚਨਾਂ ਤੇ ਦਰਸ਼ਨਾਂ ਦੇ ਸਦਕੇ ਅਰੋਗ ਹੋ ਕੇ ਗਿਆ। ਇਸ ਤੋਂ ਬਾਅਦ ਕੀ ਹੋਇਆ, ਅਗਲੇ ਪ੍ਰਸੰਗ ਵਿੱਚ ਸੁਣੋ। ਜੋ ਸ਼ੈਤਾਨ ਵੰਝਾਈਆ, ਸੇ ਕਿਤ ਫੇਰੇ ਚਿੱਤ। ਜਿਸ ਵਕਤ ਬੰਦਾ ਬਿਮਾਰ ਹੋਵੇ, ਆਪਣੇ ਆਪ ਨੂੰ ਲਾ ਇਲਾਜ ਸਮਝਦਾ ਹੋਵੇ, ਤਾਂ ਮਨ ਦੇ ਖਿਆਲ ਹੋਰ ਹੁੰਦੇ ਹਨ। ਪਰੰਤੂ ਤੰਦਰੁਸਤ ਬੰਦਾ ਹੋਰ ਤਰ੍ਹਾਂ ਦੇ ਮਨ ਨਾਲ ਸੋਚਦਾ ਹੈ। ਜਿਵੇਂ ਬਾਣੀ ਵਿੱਚ ਸਤਿਗੁਰ ਨੇ ਫਰਮਾਇਆ ਹੈ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਕੁਝ ਐਸੀ ਹੀ ਇਸ ਸੰਤ ਨਾਲ ਹੋਈ। ਜਿਸ ਵਕਤ ਤੰਦਰੁਸਤ ਹੋ ਕੇ ਆਪਣੇ ਟਿਕਾਣੇ ਉੱਤੇ ਪਹੁੰਚਿਆ, ਮਨ ਫਿਰ ਅੱਗੇ ਵਾਲੀ ਹਾਲਤ ਵਿੱਚ ਆ ਗਿਆ। ਵਿਚਾਰ ਹੋਰ ਹੋ ਗਏ। ਕੁਝ ਦਿਨਾਂ ਬਾਅਦ ਉਹੀ ਚਾਲੀਸਾ ਜਿਹੜਾ ਅੱਗੇ ਕਰਦਾ ਸੀ, ਸ਼ੁਰੂ ਕਰ ਦਿੱਤਾ। ਉਹੀ ਤਕਲੀਫ ਫਿਰ ਹੋ ਗਈ। ਕਈ ਵਾਰ 35 ਮੁਹਾਰਨੀ ਪੜੀ, ਪਰ ਆਰਾਮ ਨਾ ਆਇਆ। ਜਿਸ ਵਕਤ ਅਸਲੋਂ ਹੀ ਨਿਢਾਲ ਹੋ ਗਿਆ, ਤੇ ਫਿਰ ਉਹਨਾਂ ਬੰਦਿਆਂ ਨਾਲ ਮਿਲ ਕੇ ਰੂਮੀ ਵਾਲੇ ਡੇਰੇ ਭੁੱਚੋ ਪਹੁੰਚਿਆ। ਹਜ਼ੂਰ ਨੇ ਵੇਖਣ ਸਾਰ ਹੀ ਬਚਨ ਕੀਤਾ, ਕਿਉਂ ਓਏ ਬੂਬਨਿਆ, ਤੂੰ ਨਾ ਹਟਿਆ ਆਪਣੀਆਂ ਕਰਤੂਤਾਂ ਤੋਂ। ਪਰੰਤੂ ਉਹ ਕੁਝ ਨਹੀਂ ਬੋਲਿਆ। ਬਾਬਾ ਜੀ ਨੇ ਫਿਰ ਬਚਨ ਕੀਤਾ, ਸਾਡੇ ਹੁਕਮ ਬਿਨਾ ਪੜ੍ਹ ਲੈ 35 ਮੁਹਾਰਨੀ। ਕੁਝ ਆਰਾਮ ਕੀਤਾ ਉਸਨੇ। ਅਸੀਂ ਤਾਂ ਤੈਨੂੰ ਬਚਾਇਆ ਕਿ ਤੂੰ ਸਿੱਧੇ ਰਾਹ ਆਵੇਂਗਾ, ਭਗਤੀ ਕਰੇਂਗਾ, ਤੇਰੀ ਸਹਾਇਤਾ ਕਰਾਂਗੇ, ਪਰ ਤੂੰ ਮੁੜਦਾ ਨਹੀਂ। ਹੁਣ ਚੱਲ ਅਗਾਂਹ ਨੂੰ, ਤੇਰਾ ਇੱਥੇ ਕੋਈ ਇਲਾਜ ਨਹੀਂ। ਹੁਕਮ ਹੋਇਆ, ਲੈ ਜਾਓ ਇਸ ਨੂੰ, ਇਸ ਦਾ ਕੋਈ ਇਲਾਜ ਨਹੀਂ। ਉਪਰੰਤ ਉਸ ਦੇ ਉਹ ਸਹਾਇਕ ਵਾਪਸ ਮੋੜ ਕੇ ਲੈ ਗਏ। ਫਿਰ ਪਤਾ ਨਹੀਂ ਉਸ ਨਾਲ ਕੀ ਵਾਪਰੀ। ਜਨ ਭਗਤਨ ਕੋ ਕਹੂ ਨ ਮਾਨੋ, ਕੀਓ ਆਪਣੋ ਪਈ ਹੈ। ਹੋਰ ਦੁਖ ਸੁਖ ਕਰਤ ਮਹਾ ਭਰਮ, ਬੂਢੋ ਅਨਿਕ ਜੋਨ ਭਰਮਈ ਹੈ।
कहत कबीर राम नाम बिन मूंड भुने पछुतई है। खोटे खरे तुद आप उपाए। ਮਹਾਂਪੁਰਸ਼ਾਂ ਦੀ ਲੀਲਾ ਹੀ ਕੁਝ ਐਸੀ ਹੁੰਦੀ ਹੈ। ਉਹਨਾਂ ਦੀ ਸੰਗਤ ਵਿੱਚ ਚੰਗੇ ਤੋਂ ਚੰਗੇ ਉੱਤਮ ਜਗਿਆਸੂ ਵੀ ਹੁੰਦੇ ਹਨ, ਨਾਲ ਕੁਝ ਬੰਦੇ ਕੋਝੀਆਂ ਹਰਕਤਾਂ ਵਾਲੇ ਵੀ ਹੁੰਦੇ ਹਨ। ਚੰਗਿਆਂ ਦੀ ਪਰਖ ਹੀ ਮਾੜਿਆਂ ਵਿੱਚੋਂ ਹੁੰਦੀ ਹੈ। ਦਸੇ ਪਾਤਸ਼ਾਹੀਆਂ ਦੇ ਇਤਿਹਾਸ ਵਿੱਚ ਐਸੇ ਕਈ ਪ੍ਰਸੰਗ ਮਿਲਦੇ ਹਨ। ਬਾਬਾ ਜੀ ਕਲੇਰਾਂ ਵਾਲਿਆਂ ਦੀ ਸੰਗਤ ਵਿੱਚ ਵੀ ਕਈ ਸੰਗੀ ਸੇਵਕ ਐਸੇ ਸਨ। ਇਸ ਤਰ੍ਹਾਂ ਇੱਥੇ ਪੁੱਛੋ ਵੀ ਇੱਕ ਮਾਈ ਜਿਸ ਦਾ ਨਾਮ ਦਾਤਾਰ ਕੌਰ, ਇਸ ਦਾ ਪਤੀ ਥਾਣੇਦਾਰੀ ਵਿੱਚੋਂ ਮੁਅੱਤਲ ਹੋਇਆ, ਪਰੰਤੂ ਇਸ ਦਾ ਸੁਭਾਅ ਬਹੁਤ ਸਖਤ ਅਤੇ ਅੜੀ ਵਾਲਾ ਸੀ। ਜਿਸ ਵਕਤ ਇਸ ਮਾਈ ਦੇ ਪਰਿਵਾਰ ਨੂੰ ਸੇਵਾ ਮਿਲੀ, ਇਸ ਦੇ 3 ਪ੍ਰਸ਼ਨ ਸਨ। ਇੱਕ, ਮੇਰਾ ਪਤੀ ਨੌਕਰੀ ਉੱਤੇ ਲੱਗ ਜਾਏ। ਦੂਸਰਾ, ਮੇਰੇ ਘਰ ਪੁੱਤਰ ਹੋ ਜਾਏ। ਤੀਸਰਾ, ਮੇਰੀ ਲੜਕੀ ਦੇ ਘਰ ਔਲਾਦ ਹੋ ਜਾਏ। ਬਾਬਾ ਜੀ ਨੇ ਜਿਹੜੀਆਂ ਸ਼ਰਤਾਂ ਸੇਵਾ ਦੇਣ ਵੇਲੇ ਹਰ ਇੱਕ ਨਾਲ ਕਰਦੇ ਸਨ, ਇਹਨਾਂ ਨਾਲ ਵੀ ਕੀਤੀਆਂ। ਇੱਕ ਤਾਂ ਤੁਸੀਂ ਕਿਸੇ ਸੇਵਾਦਾਰ ਨਾਲ ਈਰਖਾ ਨਹੀਂ ਕਰਨੀ। ਦੂਜਾ, ਕਿਸੇ ਦੀ ਸਿਫਾਰਿਸ਼ ਜਾਂ ਚੁਗਲੀ ਨਹੀਂ ਕਰਨੀ। ਤੀਜਾ, ਅਸੀਂ ਕਿਸੇ ਨੂੰ ਰੱਖੀਏ ਕਿਸੇ ਨੂੰ ਤੋਰੀਏ, ਤੁਸੀਂ ਦਖਲ ਨਹੀਂ ਦੇਣਾ। ਉਸਤਤ ਨਿੰਦਾ ਦੋ ਵਿਵਰਜਿਤ, ਤਜਹੋ ਮਾਨ ਅਭਿਮਾਨਾ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਪਰੰਤੂ ਇਸ ਮਾਈ ਦਾਤਾਰ ਕੌਰ ਦਾ ਸੁਭਾਅ ਹੀ ਐਸਾ ਸੀ, ਸਰਦਾਰਾਂ ਵਾਲਾ ਰੋਹਬਦਾਬ, ਹਰ ਸਮੇਂ ਹਰ ਗੱਲ ਵਿੱਚ ਰੱਖਣਾ, ਹਰ ਇੱਕ ਸੇਵਾਦਾਰ ਨਾਲ ਕੋਈ ਨਾ ਕੋਈ ਝਗੜਾ ਕਰ ਲੈਣਾ। ਖਾਸ ਕਰਕੇ ਭਾਈ ਨੀਲਾ ਸਿੰਘ ਨਾਲ। ਇੱਕ ਵਾਰ ਨੀਲਾ ਸਿੰਘ ਨਾਲ ਇਸ ਮਾਈ ਦਾ ਝਗੜਾ ਹੋ ਗਿਆ। ਤੁਰੰਤ ਹੀ ਬਾਬਾ ਜੀ ਨੇ ਰੋਕਿਆ ਤੇ ਬਚਨ ਕੀਤਾ, ਦਾਤਾਰ ਕੌਰੇ, ਤੇਰੇ ਕੀਤੇ ਹੋਏ ਬਚਨ ਤੂੰ ਯਾਦ ਕਰ, ਸੇਵਕਾਂ ਨਾਲ ਝਗੜਾ ਨਾ ਕਰ। ਪਰੰਤੂ ਉਸ ਮਾਈ ਨੇ ਬਾਬਾ ਜੀ ਦੇ ਬਚਨ ਵੱਲ ਕੋਈ ਧਿਆਨ ਨਾ ਦਿੱਤਾ। ਇੱਥੇ ਸੇਵਕਾਂ ਵਿੱਚ ਸੇਵਾ ਕਰਨ ਦਾ ਚਾਅ ਬਾਬਾ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਐਸਾ ਭਰਿਆ ਸੀ, ਸੇਵਾਦਾਰ ਨੂੰ ਹਜੂਰ ਨੇ ਜਿਸ ਦਾ ਵੀ ਨਾਮ ਲੈ ਕੇ ਆਵਾਜ਼ ਦੇਣੀ, ਕਿਸੇ ਅਨੋਖੇ ਚਾਅ ਨਾਲ ਸੇਵਾਦਾਰ ਭੱਜ ਕੇ ਬਾਬਾ ਜੀ ਪਾਸ ਪਹੁੰਚਦਾ। ਇਸ ਗੱਲ ਨੂੰ ਦਾਤਾਰ ਕੌਰ ਚੰਗਾ ਨਹੀਂ ਸੀ ਸਮਝਦੀ, ਕਿਉਂਕਿ ਉਹ ਵੇਖਦੀ ਸੀ ਸਰੀਰ ਦੀ ਬਾਹਰਲੀ ਕਿਰਿਆ ਅਤੇ ਬਾਬਾ ਜੀ ਪੜ੍ਹਦੇ ਸਨ ਸੇਵਕ ਦਾ ਮਨ। ਸਭ ਸੇਵਾਦਾਰਾਂ ਨੂੰ ਹੁਕਮ ਹੁੰਦਾ, ਜਿਹੜੀ ਤੁਹਾਨੂੰ ਸੇਵਾ ਦਿੱਤੀ ਹੈ ਉਸ ਸੇਵਾ ਤੋਂ ਬਾਅਦ ਵਿਹਲੇ ਨਹੀਂ ਬੈਠਣਾ, ਨਿਤਨੇਮ ਕਰੋ। ਜੇ ਕੋਈ ਨਹੀਂ ਪੜ੍ਹਿਆ, ਪਹਿਲੀ ਪੌੜੀ ਜਾਂ ਵਾਹਿਗੁਰੂ ਸ਼ਬਦ ਦਾ ਜਾਪ ਕਰੇ। ਇਸ ਹੁਕਮ ਅਨੁਸਾਰ ਸਾਰੇ ਸੇਵਾਦਾਰ ਹੀ ਸੇਵਾ ਸਿਮਰਨ ਵਿੱਚ ਲੱਗੇ ਰਹਿੰਦੇ ਸਨ। ਗਿਣਤੀ ਵਿੱਚ ਤਾਂ ਸੇਵਕ ਥੋੜ੍ਹੇ ਸਨ, ਪਰੰਤੂ ਨਿਤਨੇਮ ਦੇ ਲਿਹਾਜ਼ ਨਾਲ ਬਹੁਤ ਜਣੇ ਹੋ ਨਿਬੜਦੇ। ਸੰਤ ਕੇਸਰ ਸਿੰਘ ਜੀ 150 ਪਾਠ ਜਪਜੀ ਸਾਹਿਬ ਦੇ ਰੋਜ਼ ਕਰਦੇ ਸਨ। ਸੰਤ ਨਰੈਣ ਸਿੰਘ ਜੀ ਹਜੂਰੀ ਸੇਵਕ ਬਾਬਾ ਜੀ ਦੇ ਹੁਕਮ ਅਨੁਸਾਰ 101 ਪਾਠ ਜਪਜੀ ਸਾਹਿਬ ਦਾ ਕਰਦੇ ਸਨ ਅਤੇ ਹਰ ਵੇਲੇ ਬਾਬਾ ਜੀ ਦੀ ਹਜੂਰੀ ਵਿੱਚ ਆਸਣ ਵਾਲੀ ਕੋਠੜੀ ਦੇ ਦਰਵਾਜ਼ੇ ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ ਮੂੰਹ ਉੱਤੇ ਕੱਪੜਾ ਬੰਨ੍ਹ ਕੇ ਖੜੇ ਹੀ ਰਹਿੰਦੇ ਸਨ। ਜਦੋਂ ਕਿਤੇ ਹੁਕਮ ਅਨੁਸਾਰ ਬਾਬਾ ਜੀ ਨੂੰ ਪੱਖਾ ਕਰਨ ਲੱਗ ਪੈਂਦੇ, ਜਿਵੇਂ ਬਾਣੀ ਵਿੱਚ ਸਾਹਿਬ ਨੇ ਫਰਮਾਇਆ ਹੈ, ਲੈ ਪੱਖਾ ਪ੍ਰਿਆ ਝੱਲੋ ਪਾਈ, ਅਥਵਾ
ਪਾਣੀ ਪੱਖਾ ਪੀਸ ਦਾਸ ਕੈ ਤਬ ਹੋਏ ਨਿਹਾਲ। ਐਸੇ ਐਸੇ ਗੁਰਮੁਖ ਬਾਬਾ ਜੀ ਦੇ ਚਰਨਾਂ ਵਿੱਚ ਰਹਿੰਦੇ ਸਨ। ਜਿਵੇਂ ਪਿੱਛੇ ਭਾਈ ਨੀਲਾ ਸਿੰਘ ਜੀ ਦਾ ਪ੍ਰਸੰਗ ਆਇਆ ਹੈ, ਉਹ ਪ੍ਰਸੰਗ ਸੁਣੋ। ਉਸ ਦਿਨ ਤੋਂ ਭਾਈ ਨੀਲਾ ਸਿੰਘ ਵੀ ਮਸਤ ਜਿਹਾ ਹੋ ਕੇ ਕੁਝ ਬੋਲਦਾ ਰਹਿੰਦਾ ਸੀ, ਪਰ ਸਮਝ ਨਹੀਂ ਸੀ ਆਉਂਦੀ। ਬਾਬਾ ਜੀ ਨੇ ਮਿਹਰ ਕਰਕੇ ਮਨ ਕਿਤੇ ਜੋੜ ਦਿੱਤਾ ਸੀ। ਬਾਬਾ ਜੀ ਦਾ ਦਰਸ਼ਨ ਹੀ ਐਸਾ ਸੀ। ਬਾਣੀ ਵਿੱਚ ਫੁਰਮਾਨ ਹੈ, ਭੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਨ ਸੰਤੋਖ ਮਨ ਪਾਇਆ। ਇਹ ਫੁਰਮਾਨ ਬਾਬਾ ਮਹਾਂ ਹਰਨਾਮ ਸਿੰਘ ਜੀ ਦੇ ਦਰਸ਼ਨ ਉੱਤੇ ਢੁਕਦਾ ਹੈ। ਮਾਈ ਦਾ ਤਾਰ ਕੌਰ ਕੁਝ ਨੀਲਾ ਸਿੰਘ ਜੀ ਨਾਲ ਚਿੱਤੋਂ ਖਾਰ ਖਾਂਦੀ ਸੀ। ਇੱਕ ਵਾਰ ਕਿਤੇ ਭਾਈ ਨੀਲਾ ਸਿੰਘ ਦੇ ਨਾਲ ਇਹ ਬਹੁਤ ਲੜੀ। ਫਿਰ ਬਾਬਾ ਜੀ ਨੇ ਸਮਝਾਇਆ, ਦੇਵੀ ਸੇਵਾਦਾਰਾਂ ਨਾਲ ਝਗੜਿਆ ਨਾ ਕਰ। ਇਸ ਮਾਤਾ ਨੇ ਕੋਈ ਪਰਵਾਹ ਨਾ ਕੀਤੀ। ਇੱਕ ਵਾਰ ਕਿਤੇ ਭਾਈ ਨੀਲਾ ਸਿੰਘ ਨੂੰ ਆਖ ਦਿੱਤਾ, ਮੇਰਾ ਇੱਕ ਕੰਮ ਤਾਂ ਹੋ ਗਿਆ। ਉਸਨੇ ਪੁੱਛਿਆ, ਕਿਹੜਾ? ਦਾਤਾਰ ਕੌਰ ਬੋਲੀ, ਮੇਰੇ ਪੇਟ ਵਿੱਚ ਬੱਚਾ ਹੈ, ਤੂੰ ਕੀ ਕਰ ਲਵੇਂਗਾ? ਅੱਗੋਂ ਭਾਈ ਨੀਲਾ ਸਿੰਘ ਨੇ ਸਹਿਜ ਸੁਭਾਅ ਬਚਨ ਕੀਤਾ, ਜੇ ਤੇਰੇ ਪੇਟ ਵਿੱਚ ਬੱਚਾ ਹੈ ਤਾਂ ਫਿਕਰ ਨਾ ਕਰ, ਜੰਮਦਾ ਨਹੀਂ, ਪੇਟ ਵਿੱਚ ਹੀ ਰਹੇਗਾ। ਉਪਰੰਤ ਉਸਨੇ ਇਹੋ ਹੀ ਸ਼ਿਕਾਇਤ ਬਾਬਾ ਜੀ ਕੋਲ ਕਰ ਦਿੱਤੀ। ਹਜ਼ੂਰ ਨੇ ਨੀਲਾ ਸਿੰਘ ਨੂੰ ਸੱਦ ਕੇ ਪੁੱਛਿਆ। ਉਸਨੇ ਵੀ ਉਹੀ ਗੱਲ ਦੁਹਰਾ ਦਿੱਤੀ। ਸੁਣ ਕੇ ਬਾਬਾ ਜੀ ਨੇ ਬਚਨ ਕੀਤਾ, ਦਾਤਾਰ ਕੌਰੇ, ਤੂੰ ਇਹਨਾਂ ਸੇਵਕਾਂ ਨੂੰ ਛੇੜਿਆ ਨਾ ਕਰ, ਇਹ ਭੋਲੇ ਭਾਲੇ ਹਨ। ਹੁਣ ਤਾਂ ਜੋ ਬਚਨ ਨੀਲਾ ਸਿੰਘ ਨੇ ਕੀਤਾ ਹੈ ਉਹੀ ਹੋਏਗਾ। ਜੇ ਬਖਸ਼ਾਉਣਾ ਹੈ ਤਾਂ ਇਸ ਦੇ ਪੈਰੀਂ ਹੱਥ ਲਾ ਦੇ। ਦਾਤਾਰ ਕੌਰ ਨੇ ਇਹ ਬਚਨ ਨਾ ਮੰਨਿਆ। ਮਨ ਜਿਉ ਆਪਣੇ ਪ੍ਰਭ ਭਾਵੋ, ਨੀਚੋਂ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ। ਇਸ ਮਾਈ ਅੰਦਰ ਨਾ ਨਿਮਰਤਾ ਆਈ ਅਤੇ ਨਾ ਇਸ ਦਾ ਕੋਈ ਕਾਰਜ ਸਫਲ ਹੋਇਆ। ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਤੀਰਥ ਯਾਤਰਾ ਕਰਨੀ, ਮਨ ਸਰ ਕਰਮ, ਦੁੱਖ ਭੁੱਖ ਤੇ ਸਰੀਰ ਉੱਤੇ ਝੱਲਣੀ, ਜਾਂ ਪੁੰਨ ਦਾਨ ਜਗ ਆਦਿਕ ਕਰਮ ਕਰਨੇ। ਇਹ ਕਰਮ ਚੰਗੇ ਹਨ, ਪਰੰਤੂ ਵੱਡਾ ਕਰਮ ਹੈ ਕਿਸੇ ਪਰਮਾਰਥ ਦੇ ਰਸਤੇ ਤੋਂ ਭੁੱਲੇ ਭਟਕੇ ਹੋਏ ਨੂੰ ਫਿਰ ਪਰਮੇਸ਼ਰ ਨਾਲ ਜੋੜਨਾ। ਇਹ ਕੰਮ ਦਰਗਾਹੀ ਮਹਾਂਪੁਰਖ ਹੀ ਕਰ ਸਕਦੇ ਹਨ ਅਤੇ ਕੀਤਾ ਵੀ ਹੈ। ਸ਼੍ਰੀ ਬਾਬਾ ਮਹਾਂ ਹਰਨਾਮ ਸਿੰਘ ਜੀ ਨੇ ਆਪਣੇ ਸਮੇਂ ਵਿੱਚ ਬੇਅੰਤ ਸਾਧੂਆਂ ਨੂੰ ਪਰਮੇਸ਼ਰ ਦੇ ਰਸਤੇ ਉੱਤੇ ਤੋਰਿਆ, ਜਿਨ੍ਹਾਂ ਵਿੱਚ ਬਾਬਾ ਜੀ ਕਲੇਰਾਂ ਵਾਲੇ ਬਹੁਤ ਪ੍ਰਸਿੱਧ ਹੋਏ ਅਤੇ ਹੋਰ ਬੇਅੰਤ ਮਹਾਂਪੁਰਸ਼ ਗੁਪਤ ਹੋਏ, ਜਿਨ੍ਹਾਂ ਦੇ ਨਾਮ ਅਤੇ ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ। ਪਰੰਤੂ ਮਾਤਾ ਪਿਤਾ ਦੇ ਰਹਿਣ ਸਮੇਂ ਕਈ ਸਾਧੂ ਆਏ, ਸਾਧਨਾ ਕਰਕੇ ਝੋਲੀਆਂ ਭਰ ਕੇ ਪਰਮਾਰਥ ਦੇ ਪਦਾਰਥ ਲੈ ਗਏ। ਇੱਕ ਵਾਰ 3 ਸਾਧੂ ਬਾਬਾ ਜੀ ਦੇ ਹਜ਼ੂਰ ਆਏ। ਜਿਸ ਵਕਤ ਬਾਬਾ ਜੀ ਦੇ ਉਹਨਾਂ ਨੇ ਦਰਸ਼ਨ ਕੀਤੇ ਤੇ ਇੱਕ ਸਾਧੂ ਬੋਲ ਉੱਠਿਆ, ਮਹਾਰਾਜ आप तो जगन्नाथ दे मंदिर में गए थे, उस जगह पर मैंने आपका एक बार दर्शन किया है। उपरंत बाबा जी ने उसनू अपने पास बुला के बचन किया, तू इन्हां गल्लां तो की लैना है, तू अपने मतलब दी गल कर। फिर उसने दस्या
ਜੀ ਮੈਂ ਸਿਰਫ ਜਲ ਉੱਤੇ ਸਰੀਰ ਰੱਖਿਆ, 40 ਦਿਨ ਸਾਧਨਾ ਕਠਨ ਤੋਂ ਕਠਨ ਕੀਤੀ, ਸਰੀਰ ਤਾਂ ਕਮਜ਼ੋਰ ਹੋ ਗਿਆ, ਮਨ ਦੀ ਸ਼ਾਂਤੀ ਨਹੀਂ ਮਿਲੀ। ਸੁਣਨ ਤੋਂ ਬਾਅਦ ਹਜੂਰ ਨੇ ਬਚਨ ਕੀਤਾ, ਤੂੰ ਆਪਣਾ ਮਨ ਕਿਸੇ ਹੋਰ ਨੂੰ ਦੇ ਦੇ, ਤੈਨੂੰ ਸ਼ਾਂਤੀ ਮਿਲ ਜਾਏਗੀ। ਉਸਨੇ ਪੁੱਛਿਆ ਕਿ ਮਹਾਰਾਜ ਕਿਵੇਂ ਦਿੱਤਾ ਜਾਏ, ਮੈਨੂੰ ਸਮਝਾਓ। ਤਾਂ ਹਜੂਰ ਨੇ ਬਚਨ ਕੀਤਾ ਕਿ ਅਸੀਂ ਜੋ ਕੁਝ ਕਹਾਂਗੇ ਸਭ ਸੱਤ ਕਰਕੇ ਮੰਨਣਾ ਹੋਏਗਾ। ਗੁਰਮੰਤਰ ਦਾ ਜਾਪ ਕਰਨਾ ਅਤੇ ਹੁਕਮ ਵਿੱਚ ਰਹਿਣਾ। ਜੇ ਮਨ ਨੂੰ ਸ਼ਾਂਤੀ ਨਾ ਆਵੇ ਤਾਂ ਸਾਡਾ ਜਿੰਮਾ। ਉਪਰੰਤ ਉਹ ਸਾਧੂ ਮੰਨ ਗਿਆ ਤਾਂ ਬਾਬਾ ਜੀ ਨੇ ਉਸ ਤੋਂ 101 ਵਾਰੀ ਮੈਂ ਤੇਰਾ ਦਾ ਬਚਨ ਲਿਆ। ਫਿਰ ਉਸ ਨੂੰ ਹੁਕਮ ਹੋਇਆ, ਜੋ ਮੰਤਰ ਤੇਰੇ ਗੁਰੂ ਨੇ ਤੈਨੂੰ ਦੱਸਿਆ ਉਹ ਸੁਣਾ। ਫਿਰ ਉਸਨੇ ਉਹ ਵੀ ਸੁਣਾਇਆ ਤੇ ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ, ਇਸੇ ਹੀ ਮੰਤਰ ਦਾ ਜਾਪ ਕਰਨਾ ਹੋਏਗਾ। ਤੂੰ ਸਿਰਫ 8 ਪਹਿਰਾਂ ਵਿੱਚ ਭੋਜਨ ਕਰਨਾ ਹੋਏਗਾ। ਸਿਰਫ ਇੱਕ ਵਾਰੀ ਕਿਸੇ ਨਾਲ ਗੱਲ ਨਹੀਂ ਕਰਨੀ, ਚੁੱਪ ਰਹਿਣਾ। ਉਸਨੇ 7 ਬਚਨ ਕੀਤਾ। ਉਪਰੰਤ ਹੁਕਮ ਨਾਲ ਉਸ ਦੀ ਸਰਾ ਕਰਵਾਈ ਗਈ ਅਤੇ ਬਾਬਾ ਜੀ ਦੇ ਆਸਣ ਤੋਂ ਛਿਪ ਦੇ ਪਾਸੇ ਕੁਝ ਸੰਘਣੇ ਜਿਹੇ ਬ੍ਰਿਸ਼ ਅਤੇ ਝਾੜੀਆਂ, ਉੱਥੇ ਉਸ ਦਾ ਆਸਣ 2 ਬੋਰੀਆਂ ਦੇ ਕੇ ਕਰਵਾ ਦਿੱਤਾ ਗਿਆ। ਫਿਰ ਭਾਈ ਰਤਨ ਸਿੰਘ ਡਰੋਲੀ ਨੂੰ ਹੁਕਮ ਹੋਇਆ ਕਿ ਇਸ ਦੀ ਸੇਵਾ ਪ੍ਰਸ਼ਾਦੇ ਪਾਣੀ ਦੀ ਤੂੰ ਕਰਨੀ ਹੈ। ਸੰਤ ਚਿੰਤ ਰਾਮ ਦੀ ਸੇਵਾ ਅਤੇ ਲੰਗਰ ਦੀ ਸੇਵਾ ਅੱਗੇ ਹੀ ਕਰਦੇ ਸਨ। ਹੁਕਮ ਅਨੁਸਾਰ ਇਹ ਸੇਵਾ ਵੀ ਸੰਭਾਲ ਲਈ। ਤਕਰੀਬਨ ਮਹੀਨਾ 1.5 ਮਹੀਨਾ ਬੀਤਣ ਤੋਂ ਬਾਅਦ ਉਸ ਮਹਾਤਮਾ ਨੂੰ ਆਪਣੇ ਹਜੂਰ ਬੁਲਾ ਕੇ ਹੁਕਮ ਕੀਤਾ, ਅਜੇ ਕੰਮ ਕੱਚਾ ਹੈ, ਇਸੇ ਤਰ੍ਹਾਂ ਹੋਰ ਸਿਮਰਨ ਸਾਧਨਾ ਕਰੋ। ਤੇ ਫਿਰ 1.5 ਮਹੀਨਾ ਹੋਰ ਸਿਮਰਨ ਸਾਧਨਾ ਕਰਨ ਤੋਂ ਬਾਅਦ ਆਪਣੀ ਹਜ਼ੂਰੀ ਵਿੱਚ ਬੁਲਾ ਕੇ ਬਚਨ ਕੀਤਾ ਕਿ ਹੁਣ ਠੀਕ ਹੈ, ਪੱਕ ਗਿਆ ਹੈ, ਜਾਓ ਇੱਕ ਜਗ੍ਹਾ ਉੱਤੇ ਬੈਠੋ, ਟਿਕ ਕੇ ਥਾਂ ਥਾਂ ਫਿਰਨ ਦੀ ਲੋੜ ਨਹੀਂ। ਇਸ ਤੋਂ ਉਪਰੰਤ ਉਸ ਮਹਾਤਮਾ ਨੂੰ ਆਗਿਆ ਦੇ ਕੇ ਤੋਰ ਦਿੱਤਾ। ਇਸ ਤਰ੍ਹਾਂ ਬਾਬਾ ਜੀ ਨੇ ਭੁੱਲੇ ਭਟਕੇ ਨੂੰ ਸਿੱਧੇ ਰਸਤੇ ਉੱਤੇ ਤੋਰਿਆ। ਸਿਮਰਨ ਵਿੱਚ ਲਾ ਕੇ ਸਾਰੀਆਂ ਸਾਧਨਾ ਸਫਲ ਕਰਾ ਦਿੱਤੀਆਂ। ਜੀ ਦਾਨ ਦੇਹ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਿਪਾਲੇ। ਇੰਨੀ ਦਿਨੀ ਗੁਰਦੁਆਰਾ ਸੁਧਾਰ ਲਹਿਰ ਹੌਲੀ ਹੌਲੀ ਜ਼ੋਰ ਪਕੜ ਰਹੀ ਸੀ। ਕਿਸੇ ਸਮੇਂ ਨਿਰਮਲੇ ਅਤੇ ਉਦਾਸੀ ਸੰਤ ਗੁਰਦੁਆਰਿਆਂ ਦੀ ਦੇਖਭਾਲ ਕਰਦੇ ਸਨ। ਜਿਨ੍ਹਾਂ ਸਮਿਆਂ ਵਿੱਚ ਸਿੰਘ ਜੰਗਲਾਂ ਵਿੱਚ ਰਹਿੰਦੇ ਸਨ, ਗੁਰ ਅਸਥਾਨਾਂ ਨੂੰ ਨਿਰਮਲਿਆਂ ਅਤੇ ਉਦਾਸੀ ਸੰਤਾਂ ਨੇ ਜਿਵੇਂ ਵੀ ਹੋ ਸਕਿਆ ਸੰਭਾਲਿਆ ਅਤੇ ਨਿਸ਼ਾਨ ਕਾਇਮ ਰੱਖੇ। ਕੁਝ ਸਮੇਂ ਦਾ ਪ੍ਰਭਾਵ ਐਸਾ ਹੋਇਆ ਕਿ ਇਸ ਲਹਿਰ ਦਾ ਨਾਮ ਹੀ ਗੁਰਦੁਆਰਾ ਸੁਧਾਰ ਲਹਿਰ ਹੋ ਗਿਆ। ਸਾਰੇ ਨਿਰਮਲੇ ਜਾਂ ਉਦਾਸੀ ਸੰਤ ਮਾੜੇ ਨਹੀਂ ਸਨ। ਜਿਵੇਂ ਹੁਣ ਗੁਰਦੁਆਰਾ ਪ੍ਰਬੰਧ ਦੀ ਚੌਧਰ ਖਾਤਰ ਕੀ ਹੋ ਰਿਹਾ ਹੈ। ਖੈਰ, ਇਸ ਸਮੇਂ ਉਦਾਸੀ ਸੰਤਾਂ ਵਿੱਚ ਵੀ ਅਫਰਾ ਤਫਰੀ ਫੈਲ ਗਈ। ਇਹਨਾਂ ਨੇ ਕਈ ਕਾਨਫਰੰਸਾਂ ਕੀਤੀਆਂ। ਇਸ ਸਮੇਂ ਬਾਬਾ ਜੀ ਨੇ ਸੰਤ ਬਹਾਲਦਾਸ ਜੀ ਜੱਸੀ ਪੋਂ ਵਾਲਿਆਂ ਨੂੰ ਉਚੇਚਾ ਸੇਵਕ ਭੇਜ ਕੇ ਆਪਣੇ ਕੋਲ ਬੁਲਾਇਆ ਅਤੇ ਬਚਨ ਕੀਤਾ, ਬਹਾਲਦਾਸ ਉਦਾਸੀਆਂ ਦੇ ਕਿਸੇ ਇਕੱਠ ਤੇ ਨਹੀਂ ਜਾਣਾ।
ਇਹਨਾਂ ਇਕੱਠਾਂ ਵਿੱਚ ਗੱਲਾਂ ਸੁਣ ਕੇ ਮਨ ਵਿੱਚ ਖੋਭ ਹੁੰਦਾ ਹੈ ਅਤੇ ਚਿੱਤ ਬਿਰਤੀ ਅਡੋਲ ਨਹੀਂ ਰਹਿੰਦੀ। ਜੇ ਤੈਨੂੰ ਖੋਭ ਹੋਇਆ ਅਤੇ ਫਿਰ ਸਾਨੂੰ ਵੀ ਹੋਏਗਾ। ਇਹ ਜੋ ਕੁਝ ਹੋ ਰਿਹਾ ਹੈ ਹੁਕਮ ਵਿੱਚ ਹੀ ਹੋ ਰਿਹਾ ਹੈ। ਤੂੰ ਆਨੰਦ ਨਾਲ ਰਹੋ। ਉਪਰੰਤ ਫਿਰ ਬਾਬਾ ਜੀ ਨੇ ਪੁੱਛਿਆ, ਤੇ ਹੁਣ ਕਿਸੇ ਇਕੱਠ ਵਿੱਚ ਤੂੰ ਗਿਆ ਸੀ? ਸੰਤ ਬਹਾਲਦਾਸ ਜੀ ਨੇ ਬੇਨਤੀ ਕੀਤੀ, ਜੀ ਮਹਾਰਾਜ, ਦਮਦਮਾ ਸਾਹਿਬ ਦੇ ਕੋਲ ਇੱਕ ਇਕੱਠ ਹੋਇਆ, ਮੈਂ ਉੱਥੇ ਗਿਆ ਸੀ। ਫਿਰ ਬਾਬਾ ਜੀ ਨੇ ਪੁੱਛਿਆ, ਉੱਥੇ ਕੀ ਗੱਲ ਹੋਈ? ਸੰਤ ਬਹਾਲਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ, ਇਹੋ ਹੀ ਗੱਲ ਹੋਈ ਸੀ ਕਿ ਆਪਾਂ ਨੂੰ ਅਕਾਲੀ ਗੁਰਦੁਆਰਿਆਂ ਵਿੱਚੋਂ ਕੱਢ ਰਹੇ ਹਨ, ਆਪਾਂ ਅਕਾਲੀਆਂ ਨੂੰ ਮਾਰੀਏ। ਬਾਬਾ ਜੀ ਨੇ ਬਚਨ ਕੀਤਾ, ਤੇ ਤੂੰ ਵੀ ਕੁਝ ਬੋਲਿਆ ਸੀ? ਸੰਤ ਬਹਾਲਦਾਸ ਜੀ ਨੇ ਦੱਸਿਆ, ਜੀ ਮੈਂ ਕੁਝ ਨਹੀਂ ਬੋਲਿਆ ਤੇ ਸੁਣਿਆ ਬਹੁਤ ਕੁਝ ਹੈ। ਹਜੂਰ ਨੇ ਬਚਨ ਕੀਤਾ, ਤੇਰੇ ਮਨ ਨੂੰ ਖੋਭ ਹੋਇਆ? ਬਹਾਲਦਾਸ ਜੀ ਨੇ ਬੇਨਤੀ ਕੀਤੀ, ਜੀ ਹਾਂ ਮਹਾਰਾਜ, ਹੋਇਆ। ਫਿਰ ਬਾਬਾ ਜੀ ਨੇ ਬਚਨ ਕੀਤਾ, ਬਹਾਲਦਾਸ, ਜੇ ਤੇਰੇ ਮਨ ਨੂੰ ਖੋਭ ਹੋਇਆ ਤਾਂ ਸਾਨੂੰ ਵੀ ਹੋਇਆ। ਇਹਨਾਂ ਅਕਾਲੀਆਂ ਨੂੰ ਮਾਰਨ ਵਾਲਾ ਕੋਈ ਹੋਰ ਆ ਜਾਏਗਾ, ਉਦਾਸੀ ਨਹੀਂ ਮਾਰ ਸਕਦੇ। ਇਹ ਸਭ ਕੁਝ ਹੁਕਮ ਦੀ ਖੇਡ ਹੈ, ਹੁਕਮ ਨਾਲ ਹੀ ਚੱਲੀ ਹੈ ਤੇ ਹੁਕਮ ਨਾਲ ਹੀ ਬੰਦ ਹੋ ਜਾਏਗੀ। ਆਪਾਂ ਇਸ ਵਿੱਚ ਦਖਲ ਨਹੀਂ ਦੇਣਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨ ਕੋਏ। ਉਪਰੰਤ ਸੰਤ ਬਹਾਲਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ, ਸੰਸਾਰ ਵਿੱਚ ਰਹਿੰਦਿਆਂ ਕੋਈ ਨਾ ਕੋਈ ਧਿਰ ਬਣਾਉਣੀ ਪੈਂਦੀ ਹੈ, ਕਿਸੇ ਦੀ ਗੱਲ ਸੁਣਨੀ ਪੈਂਦੀ ਹੈ। ਹਜੂਰ ਨੇ ਬਚਨ ਕੀਤਾ, ਨਹੀਂ, ਆਪਣੀ ਧਿਰ ਪਰਮੇਸ਼ਰ ਹੈ, ਹੋਰ ਦੁਨਿਆਵੀ ਧਿਰਾਂ ਨਹੀਂ ਬਣਾਉਣੀਆਂ। ਉਪਰੰਤ ਸੰਤ ਬਹਾਲਦਾਸ ਜੀ ਨੇ ਸਤ ਬਚਨ ਕਰਕੇ ਬਚਨ ਮੰਨ ਲਿਆ। ਬਾਬਾ ਜੀ ਦੇ ਉਪਦੇਸ਼ ਦਾ ਸਾਰ ਇਸ ਸ਼ਬਦ ਵਿੱਚੋਂ ਪ੍ਰਗਟ ਹੁੰਦਾ ਹੈ। ਏਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਘਰ ਦੂਜਾ ਮਹੱਲਾ ਚੌਥਾ। ਕਿਸ ਹੀ ਧੜਾ ਕੀਆ ਮ੍ਰਿਤ ਸੁਤ ਨਾਲ ਭਾਈ। ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ। ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ। ਹਮਾਰਾ ਧੜਾ ਹਰ ਰਿਹਾ ਸਮਾਈ। ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ। ਮੈਂ ਹਰ ਬਿਨ ਪਖ ਧੜਾ ਅਵਰ ਨ ਕੋਈ। ਹਉ ਹਰ ਗੁਣ ਗਾਵਾਂ ਅਸੰਖ ਅਨੇਕ। ਰਹਾਉ ਜਿਨ ਸਿਉ ਧੜੇ ਕਰੇ ਸੇ ਜਾਹੇ। ਝੂਠ ਧੜੇ ਕਰ ਪਛੋ ਤਾਹੇ। ਥਿਰ ਨ ਰਹੇ ਮਨ ਖੋਟ ਕਮਾਹੇ। ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੀ। ਇਹ ਸਭ ਧੜੇ ਮਾਇਆ ਮੋਹ ਪਸਾਰੀ। ਮਾਇਆ ਕੋ ਲੂਜੇ ਗਵਾਰੀ। ਜਨਮ ਮਰੇ ਜੂਏ ਬਾਜੀ ਹਾਰੀ। ਹਮਰੇ ਹਰ ਧੜਾ ਜੇ ਹਲਤ ਭਲਤ ਸਭ ਸਵਾਰੀ। ਕਲ ਯੁਗ ਮੈਂ ਧੜੇ ਪੰਚ ਚੋਰ ਝਗੜਾਏ। ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ। ਜਿਸਨੋ ਕਿਰਪਾ ਕਰੇ ਤਿਸ ਸਤ ਸੰਗ ਮਿਲਾਏ। ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ।
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੇ, ਪਰਾਇਆ ਛਿਦਰ ਅਟਕਲੈ ਆਪਣਾ ਅਹੰਕਾਰ ਵਧਾਵੈ, ਜੈਸਾ ਬੀਜੇ ਤੈਸਾ ਪਾਵੈ, ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰਿਸ਼ਟ ਜਿਣ ਆਵੈ। ਇਹ ਬਚਨ ਭਾਗ ਸਿੰਘ ਜੱਸੀ ਭੌਂ ਵਾਲੀ ਦੇ ਪੁੱਤਰ ਮੰਗਲ ਸਿੰਘ ਚੱਕੀ ਵਾਲਾ ਬਠਿੰਡਾ ਨਿਵਾਸੀ ਤੋਂ ਮਿਲਿਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।